topic is people nowadays are only focusing on their national news and are not aware of international news. Why is that the case? Is it advantageous or not? So सबसे पहले सब तो पहला ठीक है ना कि अज दे टॉपिक दे विच इन्हां ने कहा कि पीपल जिहड़े ने ना लोकी अजकल फोकस करते हैं सिर्फ अपनी नैशनल न्यूज़ के उत्ते ते इंटरनैशनल न्यूज़ के उत्ते बिल्कुल भी फोकस नहीं कर रहे हैगे ठीक है ना। वाई इज़ दैट द केस? इज़ इट एडवांटेजियस और नॉट? सुन देखो सब तो पहले आपां ਇਹਦਾ ਤੁਹਾਨੂੰ ਇੱਕ ਨੋਰਮਲ ਦੱਸ ਦਈਏ ਕਿ ਕੀ ਚੀਜ਼ ਇਹਦੇ ਵਿੱਚ ਲਿਖਣੀ ਹੈ ਕੀ ਚੀਜ਼ ਇਹਦੇ ਵਿੱਚ ਨਹੀਂ ਲਿਖਣੀ ਹੈ ਠੀਕ ਹੈ। ਸਭ ਤੋਂ ਪਹਿਲਾਂ ਮੈਂ ਦੱਸਦਾ ਇੱਕ ਇੰਟਰੋਡਕਸ਼ਨ ਤਾਂ ਆਪਾਂ ਬਣਾਉਣੀ ਹੁੰਦੀ ਆ, ਇਹਦੇ ਵਿੱਚ 2 ਬੋਡੀ ਪੈਰਾਗ੍ਰਾਫ ਲਿਖਾਂਗੇ ਠੀਕ ਹੈ ਨਾ, ਤੇ ਉਸ ਤੋਂ ਬਾਅਦ ਇੱਕ ਰਿਜ਼ਲਟ ਲਿਖਾਂਗੇ। ਜਿਹੜਾ ਫਸਟ ਬੋਡੀ ਪੈਰਾਗ੍ਰਾਫ ਉਹਦੇ ਵਿੱਚ ਆਪਾਂ ਡਿਫਾਈਨ ਕਰਾਂਗੇ ਵਾਈ ਇਜ਼ ਦੈਟ ਦਾ ਕੇਸ ਠੀਕ ਆ, ਵਾਈ ਇਜ਼ ਦੈਟ ਦਾ ਕੇਸ। ਉਸਨੂੰ ਆਪਾਂ ਪਹਿਲੇ ਬੋਡੀ ਪੈਰਾਗ੍ਰਾਫ ਦੇ ਵਿੱਚ ਡਿਫਾਈਨ ਕਰ ਦੇਣਾ। ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਆਊਗਾ ਸਾਡਾ ਇਜ਼ ਇਟ ਐਡਵਾਂਟੇਜੀਅਸ ਔਰ ਨਾਟ ਠੀਕ ਆ, ਕਿ ਇਸ ਦੀਆਂ ਐਡਵਾਂਟੇਜਸ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਠੀਕ ਆ। ਹੁਣ ਸਭ ਤੋਂ ਪਹਿਲਾਂ ਜਦ ਆਪਾਂ ਫਸਟ ਬੋਡੀ ਪੈਰਾਗ੍ਰਾਫ ਲਿਖ ਰਹੇ ਹੋਵਾਂਗੇ ਠੀਕ ਆ, ਇੰਟਰੋਡਕਸ਼ਨ ਇਹਦੀ ਇੱਕ ਬੜੀ ਸਿੰਪਲ ਜੀ ਬਣ ਜਾਣੀ ਆ ਕਿ ਇਟ ਇਜ਼ ਅਨਡਿਨਾਏਬਲ ਫੈਕਟ ਦੈਟ ਨਿਊਜ਼ nowadays is playing crucial role in everyone's life as it increases the globalization as well as the set of mind of each and every person ਠੀਕ ਆ। ਇਹਦੇ ਨਾਲ ਆਪਾਂ ਸਟਾਰਟਿੰਗ ਕਰ ਲਈ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲਿਖ ਦੇਣਾ majority of people nowadays are only focusing on the national news instead of international ਠੀਕ ਹੈ। ਜੋ ਤੁਹਾਡਾ ਹੈਗਾ ਵੀ ਹਾਂ ਇਹ ਐਡਵਾਂਟੇਜਸ ਹੈ ਜਾਂ ਨਹੀਂ ਉਹਨੂੰ ਲੈ ਕੇ I firmly believe that it is advantageous for majority of people which will be and the advantages will be explained in the further paragraphs ਠੀਕ ਹੈ। ਇਸ ਹਿਸਾਬ ਨਾਲ ਆਪਣਾ ਲਿਖ ਦੇਣਾ। ਜੇ ਤੁਹਾਨੂੰ ਲੱਗਦਾ ਜੀ ਇਹ ਡਿਸਐਡਵਾਂਟੇਜਸ ਆ ਤੁਹਾਡੇ ਲਈ ਤਾਂ ਤੁਸੀਂ ਉਹ ਚੀਜ਼ ਲਿਖ ਦੇਣੀ ਆ। ਹੁਣ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਮੈਂ ਕਿਹਾ ਨਹੀਂ ਕਿ ਐਡਵਾਂਟੇਜਸ ਆ ਠੀਕ ਆ, ਮੈਂ ਐਗਜ਼ਾਮਪਲ ਦਿੱਤੀ ਆ। ਤੇ ਹੁਣ ਆਪਾਂ ਜੋ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਰ ਰਹੇ ਹੋਵਾਂਗੇ ਉਹਨੂੰ ਦੇਖੋ ਜ਼ਰਾ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਕੁਐਸਚਨ ਹੈ ਵਾਈ ਇਜ਼ ਦੈਟ ਦਾ ਕੇਸ। ਆਪਾਂ ਉਸ ਕੁਐਸਚਨ ਨੂੰ ਕਿਵੇਂ ਡਿਸਕ੍ਰਾਈਬ ਕਰ ਰਹੇ ਹੋਵਾਂਗੇ ਸੁਣੋ ਜ਼ਰਾ। ਲੋਕੀ ਨੈਸ਼ਨਲ ਨਿਊਜ਼ ਕਿਉਂ ਦੇਖਦੇ ਨੇ ਠੀਕ ਹੈ। ਇਹ ਜੇ ਦੇਖੋ ਇਹਦੇ ਕਈ ਸਾਰੇ ਕਾਰਨ ਨੇ। ਸਭ ਤੋਂ ਪਹਿਲਾ ਕਾਰਨ ਇਹ ਆ ਕਿ ਲੋਕਾਂ ਦੇ ਵਿੱਚ ਪੋਵਰਟੀ ਆ ਤੇ ਮੋਸਟਲੀ ਲੋਕ ਆਪਣੇ ਦੇਸ਼ ਦੀ ਨਿਊਜ਼ ਸੁਣਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੈ ਤੇ ਜਿੰਨਾ ਟਾਈਮ ਉਹ ਸਿਰਫ ਉਨੇ ਟਾਈਮ 'ਚ ਆਪਣੇ ਦੇਸ਼ ਦੀ ਨਿਊਜ਼ ਸੁਣਦੇ ਆ ਤਾਂ ਜੋ ਉਹਨਾਂ ਨੂੰ ਆਪਣੀ ਲਿਵਿੰਗ ਸਟੈਂਡਰਡ ਦਾ ਪਤਾ ਲੱਗਦਾ ਰਹੇ ਕਿ ਕੀ ਨੀਤੀਆਂ ਨਵੀਆਂ ਆਈਆਂ ਨੇ, ਕਿਹੜੀ ਸਰਕਾਰ ਆਈ ਆ ਤੇ ਇਹਦੇ ਰਿਲੇਟਡ ਸਾਰੀ ਨਿਊਜ਼ ਉਹਨਾਂ ਕੋਲ ਮਿਲਦੀ ਰਹੇ ਠੀਕ ਆ। ਇੱਕ ਸਭ ਤੋਂ ਵੱਡਾ ਕਾਰਨ ਆ ਜਿਹਦੇ ਕਰਕੇ ਲੋਕੀ ਨੈਸ਼ਨਲ ਨਿਊਜ਼ ਹੀ ਸਿਰਫ ਦੇਖਦੇ ਆ। ਦੂਸਰਾ ਕਾਰਨ ਇਹ ਆ ਕਿ ਅੱਜ ਕੱਲ੍ਹ ਆਪਣੇ ਦੇਸ਼ ਦੇ ਵਿੱਚ ਐਡੇ ਵੱਡੇ ਮੁੱਦੇ ਉੱਠੇ ਆ ਕਿ ਦੂਸਰੇ ਦੇਸ਼ ਵੱਲ ਜਾਣ ਦੀ ਟਾਈਮ ਨਹੀਂ ਲੱਗਦਾ ਕਈ ਲੋਕਾਂ ਨੂੰ ਠੀਕ ਆ। ਜਿੱਦਾਂ ਕਿਸਾਨੀ ਮੋਰਚਾ ਕਹਿ ਸਕਦੇ ਹੋ ਤੁਸੀਂ ਠੀਕ ਆ ਨਾ, ਜਾਂ ਕੋਈ ਕਿਸੇ ਟਾਈਮ ਬਾਅਦ 'ਚ ਕਿਸੇ ਦੀ ਹੱਤਿਆ ਹੋ ਜਾਂਦੀ ਹੈ ਜਾਂ ਕਿਸੇ ਦੇ ਨਾਲ ਕੋਈ ਨਾ ਕੋਈ ਹੈ ਨਾ ਦੁਰਵਿਵਹਾਰ ਹੋ ਜਾਂਦਾ ਵਾ। ਉਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਲੋਕਾਂ ਦੀ ਅਟੈਂਸ਼ਨ ਜ਼ਿਆਦਾ ਜਾਂਦੀ ਹੈ ਤੇ ਸਾਰੀਆਂ ਨੈਸ਼ਨਲ ਨਿਊਜ਼ਸ ਨੇ ਠੀਕ ਹੈ ਨਾ। ਫੋਰ ਇੰਸਟੈਂਸ ਇੰਡੀਆ ਦੀ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਉਹਦੇ ਵਿੱਚ। ਤੇ ਲੋਕਾਂ ਨੂੰ ਕੋਈ ਮਤਲਬ ਇਹ ਹੈ ਨਹੀਂਗਾ ਕਿ ਦੂਸਰੇ ਦੇਸ਼ ਦੇ ਵਿੱਚ ਕਿਹੜੀ ਸਰਕਾਰ ਆਈ ਆ, ਕਿੰਨੇ ਸਟਾਕ ਗਿਰਿਆ ਜਾਂ ਵਧਿਆ, ਕਿਉਂਕਿ ਲੋਕਾਂ ਨੂੰ ਆਪਣੇ ਦੇਸ਼ ਤੱਕ ਦੀ ਪਈ ਆ ਠੀਕ ਹੈ ਨਾ। ਸੋ ਇਹ ਸਾਰੇ ਰੀਜ਼ਨ ਨੇ ਜਿਹੜੇ ਕਿ ਜਿਨ੍ਹਾਂ ਦੇ ਕਰਕੇ ਕਿ ਲੋਕੀ ਸਿਰਫ ਨੈਸ਼ਨਲ ਨਿਊਜ਼ ਦੇਖ ਰਹੇ ਆ ਅੱਜ ਕੱਲ੍ਹ ਠੀਕ ਆ। ਰੀਜ਼ਨ ਪਤਾ ਲੱਗੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕੀ ਰੀਜ਼ਨ ਦੱਸਿਆ ਮੈਂ, ਲੋਕਾਂ ਦੇ ਵਿੱਚ ਪੋਵਰਟੀ ਛਾਈ ਆ ਤੇ ਜਿੰਨੇ ਲੋਕੀ ਪੋਵਰਟੀ ਨਹੀਂ ਹੈਗੀ ਉਹ ਲੋਕੀ ਵੀ ਆਪਣੇ ਕੰਮ 'ਚ ਬਹੁਤ ਜ਼ਿਆਦਾ ਬਿਜ਼ੀ ਨੇ ਪੈਸਾ ਕਮਾਉਣ 'ਚ, ਤੇ ਉਸ ਦੇ ਕਾਰਨ ਦੇ ਨਾਲ ਲੋਕਾਂ ਕੋਲ ਟਾਈਮ ਹੈ ਨਹੀਂਗਾ। ਇੱਕ ਤਾਂ ਪੋਵਰਟੀ ਕਰਕੇ ਟਾਈਮ ਹੈ ਨਹੀਂ, ਜਿਹੜੇ ਅਮੀਰ ਨੇ ਉਹਨਾਂ ਕੋਲ ਵੀ ਟਾਈਮ ਹੈ ਨਹੀਂ ਹੋਰ ਪੈਸਾ ਕਮਾਉਣ ਦੇ ਕਰਕੇ ਠੀਕ ਆ। ਸੋ ਉਹਨੇ ਆਪਣੇ ਸਪੈਸੀਫਿਕ ਟਾਈਮ ਦੇ ਵਿੱਚ ਆਪਣੀ ਨੈਸ਼ਨਲ ਨਿਊਜ਼ ਦੇਖਦਾ ਤਾਂ ਜੋ ਉਹਨਾਂ ਤੋਂ ਕੋਈ ਵੀ ਓਪਰਚੁਨਿਟੀ ਆ ਜਿਹੜੀ ਉਹਨਾਂ ਦੇ ਦੇਸ਼ ਦੀ ਖਤਮ ਨਾ ਹੋ ਜਾਵੇ। ਦੂਸਰੇ ਨੰਬਰ ਦੇ ਉੱਤੇ ਕਿਹੜੇ ਲੋਕੀ ਸਿਰਫ ਨੈਸ਼ਨਲ ਨਿਊਜ਼ ਦੇਖਦੇ ਆ, ਉਹ ਲੋਕੀ ਨੈਸ਼ਨਲ ਨਿਊਜ਼ ਦੇਖਦੇ ਆ ਜਿਨ੍ਹਾਂ ਨੂੰ ਸਿਰਫ ਆਪਣੇ ਦੇਸ਼ ਤੱਕ ਮਤਲਬ ਆ। ਲਾਈਕ ਅੱਜ ਕੱਲ੍ਹ ਕਾਫੀ ਹੈ ਨਾ ਦੇਸ਼ਾਂ ਦੇ ਵਿੱਚ ਮੁੱਦੇ ਉੱਠੇ ਹੁੰਦੇ ਆ ਆਪਣੇ ਦੇਸ਼ ਦੇ ਆਪਣੇ ਮੁੱਦੇ, ਲਾਈਕ ਕਿਸਾਨੀ ਮੋਰਚਾ ਕਹਿ ਸਕਦੇ ਹੋ ਤੁਸੀਂ ਠੀਕ ਆ ਨਾ, ਜਾਂ ਹੋਰ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਦੇਸ਼ ਦੇ ਵਿੱਚ ਕੋਈ ਐਕਸੀਡੈਂਟ ਹੋ ਗਿਆ, ਕਾਫੀ ਭਾਰੀ ਐਕਸੀਡੈਂਟ ਹੋ ਗਿਆ
ਤੇ ਉਹਨਾਂ ਦੇ ਪ੍ਰਤੀ ਅਟੈਂਸ਼ਨ ਚੱਲ ਜਾਂਦੀ ਹੈ ਤੇ ਲੋਕਾਂ ਦਾ ਇੰਟਰਨੈਸ਼ਨਲ ਪ੍ਰਤੀ ਕੋਈ ਜਾਂਦਾ ਹੀ ਹੈ ਨਹੀਂ, ਠੀਕ ਆ। ਤੇ ਮੋਸਟਲੀ ਪੀਪਲ ਇੰਟਰਨੈਸ਼ਨਲ ਨਿਊਜ਼ ਪੜ੍ਹਨ ਨੂੰ ਯੂਜ਼ਲੈਸ ਸਮਝਦੇ ਆ, ਬਿਕੋਜ਼ ਉਹਨਾਂ ਨੇ ਉੱਥੇ ਕਦੇ ਜਾਣਾ ਹੈ ਨਹੀਂ ਤੇ ਉੱਥੇ ਦੀ ਨਿਊਜ਼ ਨੂੰ ਆਪਣੇ ਦਿਮਾਗ 'ਚ ਪਾ ਕੇ ਉਹ ਆਪਣੇ ਆਪ ਨੂੰ ਭਾਰੀ ਉਹ ਕਰ ਰਹੇ ਆ, ਠੀਕ ਹੈ ਨਾ। ਆਪਣੇ ਦਿਮਾਗ ਦੇ ਵਿੱਚ ਫਾਲਤੂ 'ਚ ਇਨਫੋਰਮੇਸ਼ਨ ਫੀਡ ਕਰ ਰਹੇ ਆ, ਉਹ ਇਹ ਆ ਸਮਝਦੇ ਆ, ਠੀਕ ਹੈ ਨਾ। ਸੋ ਇਹ ਰੀਜ਼ਨ ਆ ਕਿ ਜੋ ਲੋਕੀ ਹੈ ਨਾ ਉਹ ਮੋਸਟਲੀ ਅੱਜ ਕੱਲ੍ਹ ਨੈਸ਼ਨਲ ਨਿਊਜ਼ ਹੀ ਸੁਣਦੇ ਜਾ ਰਹੇ ਆ। ਹੁਣ ਉਸ ਤੋਂ ਬਾਅਦ ਦੇ ਵਿੱਚ ਕੁਐਸਚਨ ਆਉਂਦਾ ਜੀ ਕਿ ਇਜ਼ ਇਟ ਐਡਵਾਂਟੇਜੀਅਸ ਔਰ ਨਾਟ, ਕੀ ਇਸ ਦੀਆਂ ਐਡਵਾਂਟੇਜਸ ਹੈਗੀਆਂ ਨੇ ਜਾਂ ਨਹੀਂ, ਠੀਕ ਹੈ। ਕੀ ਇਹ ਐਡਵਾਂਟੇਜਸ ਆ, ਕਿਹੜੀ ਚੀਜ਼ ਐਡਵਾਂਟੇਜਸ ਆ? ਜੇ ਕਹੋਗੇ ਐਡਵਾਂਟੇਜਸ ਆ ਤਾਂ ਤੁਸੀਂ ਕਹਿ ਰਹੇ ਹੋਵੋਗੇ ਕਿ ਨੈਸ਼ਨਲ ਨਿਊਜ਼ ਸੁਣਨਾ ਇਕੱਲਾ ਐਡਵਾਂਟੇਜਸ ਆ, ਠੀਕ ਹੈ ਨਾ। ਹੁਣ ਇਹਨੂੰ ਆਪਾਂ ਕਹਾਂਗੇ ਇਹਦਾ, ਠੀਕ ਹੈ ਨਾ, ਜਿਹੜੀ ਇਹਦੀ ਸਟਾਰਟਿੰਗ ਕਰਾਂਗੇ in the perspective of people who used to listen to the national news only, it is advantageous, ਠੀਕ ਆ। ਸਿਰਫ ਆਪਾਂ ਉਹਨਾਂ ਦਾ ਪਰਸਪੈਕਟਿਵ ਦੱਸ ਦੇਣਾ, ਠੀਕ ਆ, ਕਿ ਜਿਹੜੇ ਲੋਕੀ ਇਹਨਾਂ ਨਿਊਜ਼ ਨੂੰ ਸੁਣਦੇ ਆ ਉਹਨਾਂ ਦੇ ਪਰਸਪੈਕਟਿਵ ਤੋਂ ਆ ਜਿਹੜੀ ਨਿਊਜ਼ ਸੁਣਨੀ ਹੈ, ਨੈਸ਼ਨਲ ਨਿਊਜ਼ ਸੁਣਨਾ, ਉਹ ਬਹੁਤ ਹੀ ਜ਼ਿਆਦਾ ਐਡਵਾਂਟੇਜਸ ਆ। ਕਿਵੇਂ ਆ ਕਿ ਉਹਨਾਂ ਨੂੰ ਕੋਈ ਫਾਲਤੂ ਟਾਈਮ ਨਹੀਂ ਸਪੈਂਡ ਕਰਨਾ ਪੈਂਦਾ, ਠੀਕ ਆ ਨਾ, ਕਿਸੇ ਹੋਰ ਐਸੇ ਦੇਸ਼ ਦੀ ਨਿਊਜ਼ ਸੁਣਨ 'ਤੇ ਜਿੱਥੇ ਉਹਨਾਂ ਨੇ ਕਦੇ ਜਾਣਾ ਹੀ ਹੈ ਨਹੀਂ। ਮੋਰ ਓਵਰ ਜਿਹੜੀ ਦੂਸਰੇ ਦੇਸ਼ ਦੀ ਨਿਊਜ਼ ਆ ਉਹ ਕਦੇ ਵੀ ਇੱਕ ਦੂਸਰੇ ਦੇਸ਼ ਨੂੰ ਕਦੇ ਇਫੈਕਟ ਨਹੀਂ ਕਰਦੀ ਹੈਗੀ, ਕਿਉਂਕਿ ਦੋਨੋਂ ਦੇਸ਼ ਲਹਿਦੇ ਸਿਸਟਮ ਦੇ ਨਾਲ ਰਨ ਕਰਦੇ ਆ। ਜੇ ਇੱਕ ਦੇਸ਼ ਦੇ ਵਿੱਚ ਮੰਦਹਾਲੀ ਆਉਂਦੀ ਆ, ਲਾਈਕ ਰਿਸੈਸ਼ਨ ਆਉਂਦਾ, ਰਿਸੈਸ਼ਨ ਕਹਿੰਦੇ ਆ ਜਿਹਨੂੰ ਆਰਥਿਕ ਮੰਦਹਾਲੀ ਕਹਿੰਦੇ ਹੁੰਦੇ ਆਪਾਂ ਪੰਜਾਬੀ ਦੇ ਵਿੱਚ, ਠੀਕ ਹੈ ਨਾ, ਕਿ ਪੈਸੇ ਪੱਖੋਂ ਬਹੁਤ ਹੀ ਜ਼ਿਆਦਾ ਇਨਫਲੇਸ਼ਨ ਆ ਗਈ ਤੇ ਪੈਸਾ ਦੇਸ਼ 'ਚ ਉਹਨਾਂ ਰਿਹਾ ਨਹੀਂ, ਤੇ ਉਹਨੂੰ ਰਿਸੈਸ਼ਨ ਪੀਰੀਅਡ ਕਹਿੰਦੇ ਹੁੰਦੇ ਆ। ਜੇ ਇੱਕ ਦੇਸ਼ 'ਚ ਰਿਸੈਸ਼ਨ ਆਉਂਦਾ ਤਾਂ ਇਹਦਾ ਮਤਲਬ ਐ ਨਹੀਂ ਕਿ ਦੂਸਰੇ ਦੇਸ਼ 'ਚ ਵੀ ਰਿਸੈਸ਼ਨ ਆ ਜਾਊਗਾ, ਠੀਕ ਹੈ ਨਾ। ਇੱਕ ਦੇਸ਼ 'ਚ ਕੋਈ ਵੱਡੀ ਮਹਾਮਾਰੀ ਆਉਂਦੀ ਹੈ ਤਾਂ ਇਹਦਾ ਮਤਲਬ ਐ ਨਹੀਂ ਕਿ ਦੂਜੇ ਦੇਸ਼ 'ਚ ਵੀ ਆ ਜਾਊ। ਉਹ ਇੱਕ ਦੇਸ਼ ਜਿੱਥੇ ਆਈ ਆ ਉਹਦੇ ਲਈ ਸਾਰੇ ਦੇਸ਼ ਦੀਆਂ ਸਾਰੀ ਦੁਨੀਆ ਦੀਆਂ ਫਲਾਈਟਸ ਬੰਦ ਹੋ ਜਾਂਦੀਆਂ ਤੇ ਉਹ ਮਹਾਮਾਰੀ ਉੱਥੇ ਰੋਕੀ ਜਾ ਸਕਦੀ ਅੱਜ ਦੇ ਟਾਈਮ 'ਚ। ਪਹਿਲਾਂ ਇਸ ਬਾਰੇ ਲੋਕੀ ਅਵੇਅਰ ਨਹੀਂ ਸੀ, ਬਟ ਅੱਜ ਦੇ ਟਾਈਮ 'ਚ ਤੁਸੀਂ ਇਹ ਕਹਿ ਸਕਦੇ ਹੋ, ਠੀਕ ਹੈ ਨਾ। ਕਈ ਦੇਸ਼ ਐਸੇ ਹੈਗੇ ਨੇ ਜਿਨ੍ਹਾਂ ਨੇ ਆਪਣੀਆਂ ਫਲਾਈਟਸ ਪਰਮਾਨੈਂਟਲੀ ਬੈਨ ਕੀਤੀਆਂ ਹੋਈਆਂ ਨੇ, ਠੀਕ ਆ। ਤੇ ਉਹਨਾਂ ਦੇ ਕਰਕੇ ਐਡਵਾਂਟੇਜੀਅਸ ਆ ਜੇ ਲੋਕੀ ਸਿਰਫ ਆਪਣੀ ਨੈਸ਼ਨਲ ਨਿਊਜ਼ ਸੁਣਦੇ ਆ, ਬਿਕੋਜ਼ ਨੈਸ਼ਨਲ ਨਿਊਜ਼ ਸੁਣਨ ਦੇ ਨਾਲ ਪੈਟਰੀਅਟਿਜ਼ਮ ਵੱਧਦਾ, ਲੋਕਾਂ ਦੇ ਅੰਦਰ ਆਪਣੇ ਦੇਸ਼ ਦੇ ਪ੍ਰਤੀ ਜਾਗਰੂਕਤਾ ਵੱਧਦੀ ਹੈ ਤੇ ਲੋਕੀ ਦੇਸ਼ ਪ੍ਰੇਮ ਵਧਾਉਂਦੇ ਆ ਆਪਣੇ ਅੰਦਰ, ਠੀਕ ਹੈ ਨਾ। ਲੋਕਾਂ ਦਾ ਦੇਸ਼ ਪ੍ਰੇਮ ਵੱਧਦਾ ਵਾ ਦੂਸਰੀਆਂ ਕੰਟਰੀਆਂ ਨਾਲ ਦੀ ਨਿਊਜ਼ ਨਾ ਸੁਣੇ ਤੇ, ਠੀਕ ਹੈ ਨਾ। ਬਿਕੋਜ਼ ਜੇ ਬੰਦਾ ਆਪਣੀ ਕੰਟਰੀ ਦੀ ਨਿਊਜ਼ ਸੁਣੂਗਾ ਤਾਂ ਆਪਣੀ ਕੰਟਰੀ 'ਤੇ ਮਾਣ ਕਰੂ, ਛੋਟੀ ਓਪਰਚੁਨਿਟੀ 'ਤੇ ਵੀ ਜਦ ਆਪਣੇ ਦੇਸ਼ ਨੇ ਕੁਛ ਵੀ ਜਿੱਤਿਆ ਹੋਊਗਾ। ਲਾਈਕ ਜੇ ਤੁਹਾਡਾ ਆਪਦਾ ਦੇਸ਼ ਹੈ ਨਾ, ਲਾਈਕ ਜੇ ਕਿਸੇ ਇੱਕ ਪਰਸਨ ਦਾ ਦੇਸ਼ ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਤਾਂ ਉਹਨੇ ਉਹ ਨਿਊਜ਼ ਜੇ ਸ਼ੁਰੂ ਤੋਂ ਸੁਣਦਾ ਆ ਰਿਹਾ ਤਾਂ ਉਹਨੂੰ ਪਤਾ ਹੋਊਗਾ ਕਿਹੜੇ ਪਲੇਅਰ ਸੀਗੇ ਉਹਦੇ ਵਿੱਚ ਤੇ ਉਹ ਪਲੇਅਰ ਨੇ ਕਿੰਨੀ ਮਿਹਨਤ ਕੀਤੀ ਤੇ ਹੁਣ ਜਾ ਕੇ ਬ੍ਰੌਂਜ਼ ਮੈਡਲ ਜਿੱਤ ਲਿਆ ਤਾਂ ਉਹਨੂੰ ਕਾਫੀ ਫਖਰ ਹੋਊਗਾ। ਬਟ ਜੇ ਉਹ ਇੰਟਰਨੈਸ਼ਨਲੀ ਸੁਣਦਾ ਤਾਂ ਉਹਨੂੰ ਉਹ ਚੀਜ਼ ਐਡੀ ਜ਼ਿਆਦਾ ਵੱਡੀ ਨਹੀਂ ਲੱਗਣੀ ਤੇ ਆਪਣੇ ਦੇਸ਼ 'ਤੇ ਉਹਨੂੰ ਉਨਾ ਮਾਣ ਨਹੀਂ ਹੋਣਾ ਤੇ ਉਹ ਵੱਧ ਪ੍ਰੈਫਰ ਕਰੂਗਾ ਕਿਸੇ ਦੂਸਰੇ ਦੇਸ਼ ਨੂੰ ਜਿਹੜੇ ਨੇ 골ਡ ਮੈਡਲ ਜਿੱਤਿਆ ਹੋਊਗਾ, ਜਿਹੜਾ ਉਸ ਦੇ ਦੇਸ਼ ਤੋਂ ਅੱਗੇ ਰਿਹਾ ਹੋਊਗਾ, ਠੀਕ ਹੈ। ਬਿਕੋਜ਼ ਉਹ ਬੰਦਾ ਇੰਟਰਨੈਸ਼ਨਲ ਨਿਊਜ਼ ਸੁਣਦਾ ਤੇ ਉਹਨੇ ਆਪਣੇ ਦੇਸ਼ ਨੂੰ ਉਸ ਦੇਸ਼ ਤੋਂ ਪਿੱਛੇ ਸਮਝਣਾ ਹਮੇਸ਼ਾ ਹੀ, ਠੀਕ ਆ। ਸੋ ਇਹਨਾਂ ਚੀਜ਼ਾਂ ਦੇ ਕਰਕੇ ਇਕੱਲੀ ਨੈਸ਼ਨਲ ਨਿਊਜ਼ ਸੁਣਨਾ ਕਾਫੀ ਜ਼ਿਆਦਾ ਐਡਵਾਂਟੇਜਸ ਆ। ਮੋਰ ਓਵਰ ਇਹਦੀਆਂ ਬਹੁਤ ਸਾਰੀਆਂ ਹੋਰ ਐਡਵਾਂਟੇਜਸ ਹੈਗੀਆਂ, ਲਾਈਕ ਜੇ ਤੁਸੀਂ ਕੋਈ ਸਟੂਡੈਂਟ ਹੋ ਤਾਂ ਤੁਹਾਡੇ ਲਈ ਚਾਹੀਦਾ ਕਿ ਤੁਸੀਂ ਇਕੱਲੀ ਨੈਸ਼ਨਲ ਨਿਊਜ਼ ਸੁਣੋ ਜੇ ਤੁਸੀਂ ਓਵਰਸੀਜ਼ ਜਾ ਕੇ ਪੜ੍ਹਾਈ ਨਹੀਂ ਕਰਨੀ, ਠੀਕ ਹੈ ਨਾ। ਬਿਕੋਜ਼ ਜੇ ਤੁਸੀਂ ਆਪਣੇ ਇੰਡੀਆ 'ਚ ਰਹਿ ਰਹੇ ਹੋ ਤਾਂ ਤੁਹਾਡੇ ਕੋਲੋਂ ਕੋਈ ਵੀ ਸਰਕਾਰੀ ਐਗਜ਼ਾਮ ਮਿਸ ਨਹੀਂ ਹੋਣਾ ਚਾਹੀਦਾ, ਤੁਹਾਡੇ ਕੋਲੋਂ ਕੋਈ ਵੀ ਨਵੀਂ ਬਣੀ ਨੀਤੀ ਨਹੀਂ ਮਿਸ ਹੋਣੀ ਚਾਹੀਦੀ, ਲਾਈਕ ਨਵੇਂ ਕਾਨੂੰਨ ਨਹੀਂ ਮਿਸ ਹੋਣੇ ਚਾਹੀਦੇ ਤੇ ਤੁਹਾਡੇ ਕੋਲੋਂ ਨਿਊਜ਼ ਦੇ ਵਿੱਚ ਚੱਲ ਰਹੀ ਕੋਈ ਚੀਜ਼ ਮਿਸ ਨਹੀਂ ਹੋਣੀ ਚਾਹੀਦੀ। ਬਿਕੋਜ਼ ਇਹਦੇ ਨਾਲ ਤੁਹਾਨੂੰ ਜਨਰਲ ਨੌਲੇਜ ਮਿਲਦੀ ਹੈ ਜਿਹਦੇ ਨਾਲ ਅੱਗੇ ਜਾ ਕੇ ਤੁਸੀਂ ਵਰਕ ਓਪਰਚੁਨਿਟੀਜ਼ ਹੋਰ ਸਾਰੀਆਂ ਲੈ ਸਕਦੇ ਹੋ, ਠੀਕ ਹੈ। ਤੇ ਤੀਸਰੇ ਨੰਬਰ 'ਤੇ ਇੱਕ ਸਭ ਤੋਂ ਵੱਡਾ ਕਾਰਨ ਹੈਗਾ, ਤੁਸੀਂ ਕੋਈ ਵੀ ਸਰਕਾਰੀ ਐਗਜ਼ਾਮ ਦਿੰਦੇ ਹੋ, ਠੀਕ ਹੈ ਨਾ, ਕੋਈ ਵੀ ਗਵਰਨਮੈਂਟ ਐਗਜ਼ਾਮ ਦਿੰਦੇ ਹੋ ਤੇ ਇਹ ਐਵੀਡੈਂਟ ਹੈ ਕਿ ਹਰੇਕ ਗਵਰਨਮੈਂਟ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਆਉਂਦਾ ਤੇ ਕਰੰਟ ਅਫੇਅਰ ਪਿਛਲੇ 6 ਮਹੀਨੇ ਜਾਂ ਪਿਛਲੇ ਪੂਰੇ ਸਾਲ ਦੀ ਨਿਊਜ਼ ਹੁੰਦੀ ਆ ਵੀ ਪਿਛਲੇ ਪੂਰੇ ਸਾਲ 'ਚ ਤੁਸੀਂ ਜਿਹੜੀ ਨਿਊਜ਼ ਸੁਣੀ, ਕੋਈ ਵੀ ਨਿਊਜ਼ ਚੱਕ ਕੇ ਉਹਨਾਂ ਨੇ ਪਾੜਨੀ ਆ, ਉਹ ਤੁਸੀਂ ਪੂਰੀ ਕਰਨੀ ਆ ਜਾਂ ਦੱਸਣਾ ਵੀ ਇਹ, ਜਿਵੇਂ ਜੇ ਅਮਿਤ ਸ਼ਾਹ ਉੱਥੇ ਗਿਆ ਉਹਨਾਂ ਨੇ ਅਮਿਤ ਸ਼ਾਹ ਦੀ ਥਾਂ ਤੇ ਕਿਸੇ ਹੋਰ ਬੰਦੇ ਦਾ ਨਾਂ ਲਾ ਦੇਣਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫਲਾਣੀ ਸੰਧੀ ਕਿਹੜੇ ਦੇਸ਼ ਨਾਲ ਕਿਹੜੇ ਮਿਨਿਸਟਰ ਨੇ ਕੀਤੀ ਸੀਗੀ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਕਰੰਟ ਅਫੇਅਰ 'ਚ ਆਉਂਦੀਆਂ ਨੇ, ਹਰੇਕ ਸਰਕਾਰੀ ਪੇਪਰ 'ਚ ਆਹ ਚੀਜ਼ ਆਉਂਦੀ ਆ, ਠੀਕ ਹੈ ਨਾ, ਤਾਂ ਹੀ ਉਹ ਟਫ ਹੁੰਦੇ ਆ। ਤੇ ਆਹ ਸਾਰੀਆਂ ਚੀਜ਼ਾਂ ਨੇ ਇੰਟਰਨੈਸ਼ਨਲ ਬੌਂਡ ਪੜ੍ਹੇ, ਇੰਟਰਨੈਸ਼ਨਲ ਨਿਊਜ਼ ਪੜ੍ਹੇ ਤੇ ਨਹੀਂ ਆਹ ਸਾਰੀਆਂ ਚੀਜ਼ਾਂ ਪਤਾ ਲੱਗ ਸਕਦੀਆਂ। ਨੈਸ਼ਨਲ ਨਿਊਜ਼ ਪੜ੍ਹੋ, ਕਿਉਂਕਿ ਜਿਹੜੀ ਨੈਸ਼ਨਲ ਨਿਊਜ਼ ਜੇ ਤੁਸੀਂ ਪੜ੍ਹਦੇ ਹੋ
ਤੇ ਤੁਹਾਡੇ ਨੇਸ਼ਨ ਦੇ ਨਾਲ ਕਿਸੇ ਦੂਸਰੇ ਨੇਸ਼ਨ ਦੀ ਸੰਧੀ ਹੋਈ ਉਹ ਤੁਹਾਡੀ ਨੈਸ਼ਨਲ ਨਿਊਜ਼ 'ਚ ਆ ਜਾਂਦੀ ਆ। ਭਾਵੇਂ ਬਾਹਰ ਜਾ ਕੇ ਮੋਦੀ ਨੇ ਕੋਈ ਵੀ ਚੀਜ਼ ਕੀਤੀ ਆ, ਬਟ ਤੁਹਾਡੇ ਨੇਸ਼ਨ ਦੀ ਨਿਊਜ਼ ਆ, ਨੈਸ਼ਨਲ ਨਿਊਜ਼ ਆ ਤੁਹਾਡੀ ਉਹ, ਠੀਕ ਆ। ਉਹ ਇੰਟਰਨੈਸ਼ਨਲ ਨਿਊਜ਼ ਵੀ ਹੈ, ਬਟ ਪਹਿਲੇ ਨੰਬਰ ਤੇ ਨੈਸ਼ਨਲ ਨਿਊਜ਼ ਆ, ਕਿਉਂਕਿ ਮੋਦੀ ਸਾਡੇ ਦੇਸ਼ ਦਾ, ਸਾਡੇ ਨੇਸ਼ਨ ਦਾ, ਠੀਕ ਆ ਨਾ। ਸੋ ਆ ਸਾਰੇ ਦਾ ਸਾਰਾ ਜਿਹਦਾ ਟੌਪਿਕ ਆ ਕਿ ਹਾਂਜੀ ਲੋਕੀ ਨੈਸ਼ਨਲ ਨਿਊਜ਼ ਪੜ੍ਹਦੇ ਆ, ਕਿਉਂ ਪੜ੍ਹਦੇ ਉਹ ਦੱਸਤਾ, ਤੇ ਜੇ ਪੜ੍ਹਦੇ ਆ ਤਾਂ ਉਹਦੇ ਫਾਇਦੇ ਕੀ ਨੇ ਉਹ ਵੀ ਦੱਸਦੇ, ਠੀਕ ਹੈ ਨਾ। ਇੱਕ ਤੁਹਾਨੂੰ ਦੱਸ ਦਿੰਦਾ ਕਿ ਇਹਨੂੰ ਡਿਸਐਡਵਾਂਟੇਜ ਦੇ ਪੱਖ ਤੇ ਨਹੀਂ ਲੈ ਕੇ ਜਾਣਾ ਹੈਗਾ ਤੁਸੀਂ, ਕਿਉਂਕਿ ਜੇ ਐਡਵਾਂਟੇਜ ਲਿਖੋਗੇ ਡਿਸਐਡਵਾਂਟੇਜ ਲਿਖਣ ਲੱਗ ਜਾਣਾ ਤੁਸੀਂ ਆਪਣੇ ਆਈਡੀਆ 'ਚ ਕਲੈਸ਼ ਕਰ ਦੇਣਾ। ਇੱਕ ਪਾਸੇ ਜਾਇਆ ਕਰੋ ਜਿੱਧਰ ਮਰਜ਼ੀ ਜਾਇਆ ਕਰੋ, ਬਟ ਉਹਨੂੰ ਚੰਗੀ ਤਰੀਕੇ ਨਾਲ ਡਿਫਾਈਨ ਕਰੋ। ਦੇਖੋ ਆਇਲਸ ਨੇ ਐਟ ਦਾ ਐਂਡ ਆਫ ਡੇ ਤੁਹਾਨੂੰ ਐ ਨਹੀਂ ਦੇਖਣਾ ਕਿ ਤੁਸੀਂ ਆਪਣਾ ਕਿਊ ਕਾਰਡ ਸੁਣਾਇਆ ਕਿ ਵੀ ਮੈਂ ਦਾਰੂ ਪੀਣਾ ਹੈ ਨਾ, ਮੈਂ ਚਿਕਨ ਖਾਣਾ ਵਗੈਰਾ ਵਗੈਰਾ ਕੁਝ ਵੀ ਸੁਣਾਇਆ। ਆਇਲਸ ਨੇ ਐ ਦੇਖਣਾ ਤੁਹਾਡੀ ਇੰਗਲਿਸ਼ ਸਹੀ ਸੀ, ਠੀਕ ਆ। ਉਹਨਾਂ ਨੂੰ ਕੋਈ ਮੈਟਰ ਨਹੀਂ ਹੈ ਕਿ ਤੁਸੀਂ ਐਥੀਕਲ ਆਈਡੀਆਜ਼ ਦੇ ਰਹੇ ਹੋ, ਅਨਐਥੀਕਲ ਆਈਡੀਆਜ਼ ਦੇ ਰਹੇ ਹੋ, ਬਸ ਤੁਸੀਂ ਆਪਣੇ ਆਈਡੀਆ ਨੂੰ ਸਪੋਰਟ ਕਰੋ, ਠੀਕ ਹੈ। ਆਪਣੇ ਆਈਡੀਆ ਨੂੰ ਸਪੋਰਟ ਕਰਦੇ ਹੋਣੇ ਚਾਹੀਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਨੈਸ਼ਨਲ ਨਿਊਜ਼ ਸੁਣਨ ਨੂੰ ਐਡਵਾਂਟੇਜਸ ਦੱਸ ਰਹੇ ਹੋ। ਜੇ ਡਿਸਐਡਵਾਂਟੇਜ ਕਹਿਣਾ ਵੀ ਹਾਂ ਨੈਸ਼ਨਲ ਨਿਊਜ਼ ਡਿਸਐਡਵਾਂਟੇਜ ਆ, ਤੁਹਾਡੇ ਕੋਲ ਉਹਦੇ ਰਿਲੇਟਡ ਸਾਰੇ ਪੁਆਇੰਟ ਹੋਣੇ ਚਾਹੀਦੇ ਆ। ਹਮੇਸ਼ਾ ਆਪਣੇ ਆਪ ਨੂੰ ਦੇਖੋ ਕਿ ਐਡਵਾਂਟੇਜ ਜੇ ਤੁਹਾਡੇ ਕੋਲ 4 ਪੁਆਇੰਟ ਨੇ ਤੇ ਡਿਸਐਡਵਾਂਟੇਜ 3 ਨੇ, ਤਾਂ ਹਮੇਸ਼ਾ 4 ਵਾਲਾ ਪਾਸਾ ਚੁਣੋ। ਜੇ ਇੱਕ ਅੱਧਾ ਤੁਹਾਡਾ ਖਰਾਬ ਵੀ ਨਿਕਲਿਆ ਤਾਂ ਤੁਹਾਡੇ ਕੋਲ ਤਾਂ ਵੀ 3 ਬਚਣਗੇ। ਉਧਰੋਂ ਜੇ ਇੱਕ ਖਰਾਬ ਨਿਕਲਿਆ 2 ਪੁਆਇੰਟ ਰਹੇ ਨੇ, ਨਾ ਤੁਹਾਡੀ ਚੰਗੀ ਤਰੀਕੇ ਨਾਲ ਐਕਸਪਲੇਨੇਸ਼ਨ ਹੋਣੀ ਹੈ, ਠੀਕ ਹੈ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਰਿਜ਼ਲਟ ਲਿਖਣਾ, ਆਲ ਇਨ ਆਲ ਇਟ ਇਜ਼ ਐਵੀਡੈਂਟ ਦੈਟ ਦੇਰ ਆਰ ਪਲੇਥੋਰਾ ਆਫ ਐਡਵਾਂਟੇਜਸ ਇਨ ਲਿਸਨਿੰਗ ਟੂ ਦੀ ਨੈਸ਼ਨਲ ਨਿਊਜ਼ ਓਨਲੀ, ਯੈਟ ਇੰਟਰਨੈਸ਼ਨਲ ਨਿਊਜ਼ ਸ਼ੁੱਡ ਬੀ ਲਿਸਨ, ਬਟ ਫਸਟ ਪ੍ਰੈਫਰੈਂਸ ਸ਼ੁੱਡ ਬੀ ਆਫ ਦੀ ਨੈਸ਼ਨਲ ਨਿਊਜ਼, ਠੀਕ ਹੈ ਨਾ। ਸੋ ਆ ਅੱਜ ਦਾ ਟੌਪਿਕ ਸੀਗਾ ਸਾਰੇ ਦਾ ਸਾਰਾ ਨੈਸ਼ਨਲ ਨਿਊਜ਼ ਸੁਣਨ ਦੇ ਉੱਤੇ।